Hello everyone, welcome to Victor's Knowledge. This is Chinu Sharma and today we are going to take up part 2 for the Indian economy MCQs. ਤੇ ਜਿਹੜੇ ਇਹ MCQs ਨੇ ਇਹ ਚਾਹੇ ਕੋਈ state level exam ਹੈ, central level exam ਹੈ, ਹਰ exam ਦੇ ਲਈ Indian economy ਦਾ portion ਬਹੁਤ ਜ਼ਿਆਦਾ important ਹੈ। So first question ਹੈ ਕਿਹੜੀ authority ਹੈ ਜਿਹੜੀ ways and means advances ਦੀ ਲਿਮਿਟ ਕਿੰਨੀ ਤੈਅ ਕਰਨੀ ਹੈ state government ਦੇ ਲਈ ਉਸ ਚੀਜ਼ ਨੂੰ ਡਿਸਾਈਡ ਕਰਦੀ ਹੈ। ਸੋ ਆਪਾਂ ਨੇ ਜਦੋਂ ਬਜਟ ਇਕਨੋਮਿਕ ਸਰਵੇ ਦੇ ਲੈਕਚਰ ਦੇਖੇ ਸੀ ਉਹਨਾਂ ਵਿੱਚ ਵੇਜ਼ ਐਂਡ ਮੀਨਸ ਦਾ ਜਿਹੜਾ ਕਨਸੈਪਟ ਹੈ ਉਹ ਦੇਖਿਆ ਸੀ। ਸੋ ਵੇਜ਼ ਐਂਡ ਮੀਨ ਦੀ ਲਿਮਿਟ ਹੈ ਜਿਹੜੀ ਇਹ ਤੈਅ ਕਰਦੀ ਹੈ ਫਾਈਨੈਂਸ ਮਿਨਿਸਟਰੀ। ਨੈਕਸਟ ਹੈ ਮਿਨੀਮਮ ਵੇਜਿਸ ਐਕਟ 1948 ਦਾ ਮੇਨ ਆਬਜੈਕਟਿਵ ਕੀ ਹੈ। ਸੋ ਇਹਦਾ ਮੇਨ ਆਬਜੈਕਟਿਵ ਹੈ ਜਿਹੜੇ ਅਨਆਰਗੇਨਾਈਜ਼ਡ ਸੈਕਟਰ ਦੇ ਵਰਕਰ ਨੇ ਉਹਨਾਂ ਦੇ ਇੰਟਰਸਟ ਨੂੰ ਰਾਈਟਸ ਨੂੰ ਪ੍ਰੋਟੈਕਟ ਕਰਨਾ। ਵਿਜ਼ੀਬਲ ਇਨਵਿਜ਼ੀਬਲ ਆਈਟਮ ਡੈਬਿਟ ਕ੍ਰੈਡਿਟ ਦੀਆਂ ਕਿਸ ਚੀਜ਼ ਦਾ ਪਾਰਟ ਹੁੰਦੀਆਂ ਨੇ। ਸੋ ਜਦੋਂ ਆਪਾਂ ਨੇ ਬੈਲੈਂਸ ਆਫ ਪੇਮੈਂਟ ਕੈਲਕੂਲੇਟ ਕਰਨਾ ਹੈ ਇੱਕ ਦੇਸ਼ ਦੇ ਵਿੱਚ ਬਾਹਰ ਫੋਰਨ ਕਰੰਸੀ ਨਾਲ ਰਿਲੇਟਡ ਇਨਫਲੋ ਆਊਟਫਲੋ ਉੱਥੇ ਆਪਾਂ ਵਿਜ਼ੀਬਲ ਇਨਵਿਜ਼ੀਬਲ ਆਈਟਮਸ ਨੂੰ ਇਨਕਲੂਡ ਕਰਦੇ ਹਾਂ ਜਾਂ ਫਿਰ ਐਕਸਕਲੂਡ ਕਰਦੇ ਹਾਂ। ਨੈਕਸਟ ਇਜ਼ ਬ੍ਰੌਡਲੀ ਟਾਕਿੰਗ ਇੰਡੀਅਨ ਪਲਾਨਿੰਗ ਦਾ ਮੇਨ ਓਵਰਆਲ ਆਬਜੈਕਟਿਵ ਕੀ ਹੈ। ਸੋ ਇਹਦਾ ਆਬਜੈਕਟਿਵ ਹੈ ਟੂ ਇਨਸ਼ੋਰ ਗਰੋਥ ਵਿਦ ਜਸਟਿਸ। ਨੈਕਸਟ ਕੁਐਸਚਨ ਹੈ ਜੁਆਇੰਟ ਸੈਕਟਰ 1973 ਦੇ ਵਿੱਚ ਕਿਹੜੀ ਕਮੇਟੀ ਦੀ ਰეკਮੈਂਡੇਸ਼ਨ ਤੋਂ ਬਾਅਦ ਬਣਾਇਆ ਗਿਆ ਸੀ। ਸੋ ਇਹ ਕਮੇਟੀ ਹੈ ਦੱਤ ਕਮੇਟੀ। ਨੈਕਸਟ ਇਜ਼ ਰਿਲੇਟਡ ਟੂ ਅਨਐਮਪਲੋਇਮੈਂਟ। ਕਿਸੇ ਵੀ ਦੇਸ਼ ਦੇ ਵਿੱਚ ਸਪੈਸ਼ਲੀ ਜੇ ਆਪਾਂ ਡੈਵਲਪਿੰਗ ਕੰਟਰੀ ਦੀ ਗੱਲ ਕਰੀਏ ਤਾਂ ਉੱਥੇ ਬੇਰੁਜ਼ਗਾਰੀ ਕਿਉਂ ਹੁੰਦੀ ਹੈ। ਸੋ ਜਨਰਲੀ ਅਨਐਮਪਲੋਇਮੈਂਟ ਦਾ ਉੱਥੇ ਰੀਜ਼ਨ ਹੁੰਦਾ ਹੈ ਲੈਕ ਆਫ ਕੰਪਲੀਮੈਂਟਰੀ ਫੈਕਟਰਸ ਆਫ ਪ੍ਰੋਡਕਸ਼ਨ। ਜੇ ਕਿਸੇ ਕੰਪਨੀ ਨੂੰ ਮਹਾਰਤਨਾ ਸਟੇਟਸ ਮਿਲਣਾ ਹੈ ਤਾਂ ਉਹਨੂੰ ਆਪਣੀ ਇਨਵੈਸਟਮੈਂਟ ਕਪੈਸਿਟੀ ਕਿੱਥੇ ਤੱਕ ਇਨਕਰੀਜ਼ ਕਰਨੀ ਪਊ। ਸੋ ਉਹਨੂੰ ਇਨਵੈਸਟਮੈਂਟ ਕਪੈਸਿਟੀ ਕਰਨੀ ਪਊ ਅਪ ਟੂ ₹5000 ਕਰੋੜ। A high rate of capital formation can be achieved by ਸੋ ਜ਼ਿਆਦਾ ਕੈਪੀਟਲ ਫਾਰਮੇਸ਼ਨ ਕਿਸੇ ਇਕਨੋਮੀ ਦੇ ਵਿੱਚ ਆਪਾਂ ਉਦੋਂ ਅਚੀਵ ਕਰ ਸਕਦੇ ਹਾਂ ਜਦੋਂ ਇੱਕ ਬੈਂਕਿੰਗ ਸਿਸਟਮ ਫਾਈਨੈਂਸ਼ੀਅਲ ਸਿਸਟਮ ਸਾਊਂਡ ਹੋਵੇ ਸਟਰੋਂਗ ਹੋਵੇ ਤੇ ਪ੍ਰੋਪਰ ਫੰਕਸ਼ਨਿੰਗ ਵਾਲਾ ਹੋਵੇ। Next is devaluation of currency leads to implicit taxation of countries। ਸੋ ਇਹਦੇ ਨਾਲ ਜਿਹੜੇ ਟੈਕਸੇਸ਼ਨ ਹੈ ਉਹ ਲੱਗਦੇ ਨੇ ਇੰਪੋਰਟ ਤੇ। ਸੋ ਨੈਕਸਟ ਕੁਐਸਚਨ ਹੈ ਫੋਰਨ ਐਕਸਚੇਂਜ ਰਿਜ਼ਰਵਸ ਦੇ ਨਾਲ। ਸੋ ਇੱਕ IMF ਦੇ ਦੁਆਰਾ RTP ਰਿਜ਼ਰਵ ਟਰੰਕੇ ਪੋਜੀਸ਼ਨ ਜਾਂ ਪਾਲਿਸੀ ਵੀ ਆਪਾਂ ਕਹਿ ਦਿੰਦੇ ਹਾਂ ਇੱਕ ਕੋਟਾ ਸੈੱਟ ਕੀਤਾ ਜਾਂਦਾ ਹੈ। ਸੋ ਜਿਹੜਾ ਇਹ ਕੋਟਾ ਹੈ ਆਪਾਂ ਨੇ ਦੱਸਣਾ ਕੁਐਸਚਨ ਦੇ ਵਿੱਚ ਵੀ ਇਹਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ। ਸੋ ਪਹਿਲੀ ਸਟੇਟਮੈਂਟ ਹੈ ਵੀ IMF ਮੈਂਬਰ ਕੰਟਰੀ ਕੋਟਾ ਸਪੈਸੀਫਾਈ ਕਰਦੀ ਹੈ ਇੱਕ ਸਰਟਨ ਪ੍ਰੋਪੋਰਸ਼ਨ ਐਜ਼ ਇਟਸ ਰਿਜ਼ਰਵ ਟਰੰਕੇ। Then IMF's member nation reserve tranche are typically 25% of member quota। Third statement है ਜਿਹੜੀ RBI है वो update ਦਿੱਤੀ ਰਹਿੰਦੀ ਹੈ RTP ਦੇ ਉੱਤੇ ਆਪਣੇ weekly statistical supplement ਉੱਤੇ। Next RTP keeps on fluctuating ਮਤਲਬ ਉੱਪਰ ਨੀਚੇ ਜਾਂਦੀ ਰਹਿੰਦੀ ਹੈ due to frequent change in world's major currency price। ਤੇ last statement ਹੈ RTP was included as component of ਫੋਰਨ ਐਕਸਚੇਂਜ ਰਿਜ਼ਰਵ ਇਨ 1991। ਸੋ ਜਿਹੜੀ ਪੰਜਵੀਂ ਸਟੇਟਮੈਂਟ ਹੈ ਇਹ ਬਿਲਕੁਲ ਗਲਤ ਹੈ ਇਨਕਲੂਡ ਨਹੀਂ ਕੀਤਾ ਸੀ ਬਾਕੀ ਚਾਰੋਂ ਸਟੇਟਮੈਂਟ ਸਹੀ ਨੇ। ਸੋ ਇਹਦਾ ਰਾਈਟ ਆਨਸਰ ਹੈ ਆਲ ਐਕਸੈਪਟ 5। ਨੈਕਸਟ ਮਾਰਸ਼ਲ ਪਲਾਨ। ਸੋ ਮਾਰਸ਼ਲ ਪਲਾਨ ਇਕਨੋਮੀ ਸਬਜੈਕਟ ਦੇ ਅੰਦਰ ਕਿਸ ਚੀਜ਼ ਨਾਲ ਡੀਲ ਕਰਦਾ ਹੈ। ਸੋ ਮਾਰਸ਼ਲ ਪਲਾਨ ਵਾਸ ਮੈਂਟ ਫॉर ਰੀਬਿਲਡਿੰਗ ਵੈਸਟਰਨ ਯੂਰੋਪੀਅਨ ਇਕਨੋਮੀ। ਸੋ ਨੈਕਸਟ ਕੁਐਸਚਨ ਹੈ ਵੀ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਆਪਣੇ ਕੋਲ ਫੂਡ ਗ੍ਰੇਨ ਦੇ ਬਫਰ ਸਟਾਕ ਕਿਉਂ ਤਿਆਰ ਕਰਕੇ ਰੱਖਦੀ ਹੈ। ਪਹਿਲਾ ਫੂਡ ਸਿਕਿਉਰਿਟੀ ਲਈ, ਦੂਜਾ ਹਰ ਮਹੀਨੇ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਦੇਣਾ ਹੁੰਦਾ ਹੈ PDS ਨੂੰ ਫਿਰ ਉਹ ਰਾਸ਼ਨ ਸ਼ਾਪ ਦੇ ਥਰੂ ਗਰੀਬਾਂ ਤੱਕ ਪਹੁੰਚਾਉਂਦੇ ਨੇ ਉਹਦੇ ਲਈ, ਜਾਂ ਤੀਜਾ ਓਪਨ ਮਾਰਕੀਟ 'ਚ ਭੇਜਣ ਲਈ। ਸੋ ਇਹ ਤਿੰਨੋਂ ਰੀਜ਼ਨ ਸਹੀ ਨੇ ਬਫਰ ਸਟਾਕ ਦੇ ਲਈ। ਸੋ ਉਰੇ ਰਾਈਟ ਆਨਸਰ ਹੈ ਆਪਸ਼ਨ ਨੰਬਰ D। ਨੈਕਸਟ ਇਜ਼ ਰਿਲੇਟਡ ਟੂ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ। ਸੋ ਜਿਹੜਾ NFSM ਹੈ ਇਹਦਾ ਏਮ ਕੀ ਹੈ, ਕਿਹੜੀਆਂ ਮੇਨ ਚੀਜ਼ਾਂ ਨੇ ਜਿਹੜੀਆਂ ਇਹਦੀ ਇਨਹੈਂਸਮੈਂਟ ਦੇ ਅੰਦਰ ਆਉਂਦੀਆਂ ਨੇ। ਸੋ ਜਿਹੜੀਆਂ ਮੇਨ ਚੀਜ਼ਾਂ ਦੀ ਇਸ ਮਿਸ਼ਨ ਦੇ ਅੰਦਰ ਪ੍ਰੋਡਕਸ਼ਨ ਨੂੰ ਵਧਾਉਣਾ। ਸੋ ਉਹ ਹੈਗੀਆਂ ਨੇ ਰਾਈਸ ਵੀਟ ਪਲਸਿਸ ਤੇ ਕੋਰਸ। ਸੋ ਉਰੇ ਫਰੂਟਸ ਐਂਡ ਵੈਜੀਟੇਬਲ ਆਪਸ਼ਨ ਗਲਤ ਹੈ। ਸੋ ਰਾਈਟ ਆਨਸਰ ਹੈ ਆਪਸ਼ਨ ਨੰਬਰ D। 14th is
ਇੰਡੀਆ ਦੀ ਜੇ ਗੱਲ ਕਰੀਏ 1951 ਤੋਂ ਤਾਂ ਕਿਹੜੀ ਸਟੇਟਮੈਂਟ ਇੰਡੀਆ ਦੀ ਇਕਨੋਮਿਕ ਸਿਚੁਏਸ਼ਨ ਨੂੰ ਲੈ ਕੇ ਸਹੀ ਹੈ? So national income and per capita income have increased but at a slower rate. So 1951 ਤੋਂ ਬਾਅਦ ਇਹ ਸਟੇਟਮੈਂਟ ਇੰਡੀਆ ਦੀ ਇਕਨੋਮੀ ਨੂੰ ਬਿਲਕੁਲ ਸਹੀ ਰਿਪਰੈਜ਼ੈਂਟ ਕਰਦੀ ਹੈ। Most important source of revenue to state. So states ਦਾ important revenue source ਹੁੰਦਾ ਹੈ sale tax. ਗ੍ਰੀਨ ਕੋਰੀਡੋਰ ਗ੍ਰੀਨ એનર્ਜੀ ਕੋਰੀਡੋਰ ਦਾ ਆਬਜੈਕਟਿਵ ਕੀ ਹੈ? ਸੋ ਇਹਦਾ ਮੇਨ ਆਬਜੈਕਟਿਵ ਹੈ ਜੋ ਵੀ ਰਿਨਿਊਏਬਲ એનર્ਜੀ ਹੈ ਉਹਨੂੰ ਨੈਸ਼ਨਲ ਪਾਵਰ ਗ੍ਰਿਡ ਤੱਕ ਪਹੁੰਚਾਉਣਾ, ਉਹਦੇ ਫਲੋ ਨੂੰ, ਉਹਦੀ ਪਹੁੰਚ ਨੂੰ ਫੈਸਿਲਿਟੇਟ ਕਰਨਾ। ਨੈਕਸਟ ਹੈ 17ਵਾਂ ਕੁਐਸਚਨ, ਗ੍ਰੋਸ ਕੈਪੀਟਲ ਫਾਰਮੇਸ਼ਨ ਮੇ ਇਨਕਰੀਜ਼ ਇਫ। ਸੋ ਆਪਸ਼ਨ ਏ ਹੈ ਗ੍ਰੋਸ ਡੋਮੈਸਟਿਕ ਸੇਵਿੰਗ ਜੇ ਇਨਕਰੀਜ਼ ਕਰ ਦਈਏ, ਗ੍ਰੋਸ ਡੋਮੈਸਟਿਕ ਕੰਜ਼ੰਪਸ਼ਨ ਨੂੰ ਜੇ ਇਨਕਰੀਜ਼ ਕਰੀਏ, ਜਾਂ ਫਿਰ GDP ਨੂੰ ਇਨਕਰੀਜ਼ ਕਰੀਏ। ਸੋ ਇਹਨਾਂ ਵਿੱਚੋਂ ਕੋਈ ਵੀ ਚੀਜ਼ ਗ੍ਰੋਸ ਕੈਪੀਟਲ ਫਾਰਮੇਸ਼ਨ ਨੂੰ ਵਧਾਉਂਦੀ ਨਹੀਂ। ਸੋ ਇਹ ਤਿੰਨੋਂ ਆਪਸ਼ਨ ਗਲਤ ਨੇ। ਸੋ ਰਾਈਟ ਆਨਸਰ ਇਜ਼ ਨਨ ਆਫ ਦੀ ਅਬਵ। ਇਕਨੋਮਿਕ ਸਰਵੇ ਕੌਣ ਕੰਪਾਈਲ ਕਰਦਾ? ਸੋ ਇਹਨੂੰ ਕੰਪਾਈਲ ਕੀਤਾ ਜਾਂਦਾ ਬਾਈ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ। ਨੈਕਸਟ ਕੁਐਸਚਨ ਹੈ ਮਹਾਰਤਨਾ ਕੈਟੇਗਰੀ ਇੰਡਸਟਰੀ ਦੀ ਜੇ ਆਪਾਂ ਗੱਲ ਕਰਦੇ ਹਾਂ ਕੋਈ ਕ੍ਰਾਈਟੇਰੀਆ ਹੁੰਦਾ ਡਿਸਾਈਡ ਕਰਨ ਦੇ ਲਈ ਵੀ ਕਿਹੜੀ ਇੰਡੀਅਨ ਇੰਡਸਟਰੀ ਮਹਾਰਤਨਾ ਦੀ ਕੈਟੇਗਰੀ ਚ ਆਊ, ਕਿਹੜੀ ਨਵਰਤਨਾ ਦੀ ਚ ਆਊ। ਸੋ ਆਪਾਂ ਨੇ ਦੱਸਣਾ ਵੀ ਮਹਾਰਤਨਾ ਦੇ ਲਈ ਮੇਨ ਕ੍ਰਾਈਟੇਰੀਆ ਕੀ ਹੈ। ਪਹਿਲਾ, average annual turnover of more than rupees 25,000 crore during last 3 years, should have significant global presence. Average annual net worth of more than 15,000 crore during last 3 years, ਜਾਂ ਫਿਰ ਉਹ ਮਹਾਰਤਨਾ ਵਾਲੀ ਜਿਹੜੀ ਆਉਣਾ ਕੈਟੇਗਰੀ ਚ ਉਹ ਪਹਿਲਾ ਪ੍ਰਿਓਰ ਨਵਰਤਨਾ ਸਟੇਟਸ ਦੀ ਇੰਡਸਟਰੀ ਹੋਵੇ। ਸੋ ਇਹ ਚਾਰੋਂ ਹੀ ਇੰਪੋਰਟੈਂਟ ਚੀਜ਼ਾਂ ਨੇ for Maharatna category. So the right option here is A. Choose correct statement. So ਇਹਨਾਂ ਦੇ ਵਿੱਚੋਂ ਜਿਹੜੀ statement ਸਹੀ ਹੈ ਉਹ ਹੈ option number D. Hawala in India is prohibited under Foreign Exchange Management Act. Next ਹੈ question number 21. ਭਾਰਤਮਾਲਾ ਪ੍ਰੋਗਰਾਮ ਨੂੰ ਲੈ ਕੇ ਕਿਹੜੀ statement ਸਹੀ ਹੈ? ਸੋ ਫਰਸਟ ਸਟੇਟਮੈਂਟ ਹੈ ਵੀ ਜਿਹੜਾ ਪ੍ਰੋਜੈਕਟ ਹੈ ਇਹਨੂੰ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਤੇ ਹਾਈਵੇ ਨੇ ਅੰਡਰਟੇਕ ਕੀਤਾ ਹੈ। ਦੂਜੀ, ਪ੍ਰੋਜੈਕਟ ਇੰਡੇਵਰ ਟੂ ਪ੍ਰੋਵਾਈਡ ਰੋਡ ਕਨੈਕਟੀਵਿਟੀ ਓਨਲੀ ਟੂ ਬਾਰਡਰ ਏਰੀਆ। ਸੋ ਇਹ ਸੈਕਿੰਡ ਆਪਸ਼ਨ ਗਲਤ ਹੈ, ਕੱਲੀ ਫਰਸਟ ਆਪਸ਼ਨ ਉਰੇ ਸਹੀ ਹੈ। ਕੰਸੀਡਰ ਦ ਫੋਲੋਇੰਗ ਸਟੇਟਮੈਂਟ, ਹਾਇਰ ਪੋਪੂਲੇਸ਼ਨ growth rate imply that per capita income of economy is decreasing. Higher per capita income in economy is associated with lower level of income inequality. So ਇਹ ਦੋਨੋਂ ਹੀ statement ਕੋਈ ਆਪਣੇ ਕੋਲ ਉਰੇ guaranteed facts ਨਹੀਂ provide ਕਰਦੀਆਂ। So ਇਹ ਦੋਨੋਂ statement ਗਲਤ ਨੇ। Right answer ਹੈ ਉਰੇ option D, neither one nor two. ਸੋ ਨੈਕਸਟ ਬੈਲੈਂਸ ਆਫ ਪੇਮੈਂਟ ਨੂੰ ਲੈ ਕੇ ਉਹਦੇ ਕ੍ਰਾਈਸਿਸ ਨੂੰ ਲੈ ਕੇ ਆਪਣੇ ਕੋਲ ਤਿੰਨ ਸਟੇਟਮੈਂਟਸ ਨੇ। ਵੀ ਹੈਵ ਟੂ ਟੈਲ ਕਿ ਕਿਹੜੀ ਸਟੇਟਮੈਂਟ ਸਹੀ ਹੈ। ਸੋ ਫਰਸਟ ਹੈ BOP crisis arise when countries' forex reserve are not enough to balance a combined deficit in current and capital account. Second statement, BOP crisis demonetization ਦੇ through tackle ਕੀਤਾ ਜਾ ਸਕਦਾ ਹੈ। ਜਾਂ ਫਿਰ third, World Bank help ਕਰਦਾ ਹੈ ਕੰਟਰੀਜ਼ ਨੂੰ BOP ਕ੍ਰਾਈਸਿਸ ਚੋਂ ਨਿਕਲਣ ਦੇ ਲਈ। ਸੋ ਉਰੇ ਕੱਲੀ ਫਰਸਟ ਸਟੇਟਮੈਂਟ ਜਿਹੜੀ ਇਸ ਸਿਚੁਏਸ਼ਨ ਦਾ ਸਹੀ ਮਤਲਬ ਦੱਸ ਰਹੀ ਹੈ ਉਹ ਠੀਕ ਹੈ, ਬਾਕੀ ਸੈਕਿੰਡ ਤੇ ਥਰਡ ਸਟੇਟਮੈਂਟ ਗਲਤ ਨੇ। 24th ਕੁਐਸਚਨ ਹੈ ਉਰਜਿਤ ਪਟੇਲ ਕਮੇਟੀ ਦੀ ਇੱਕ ਰეკਮੈਂਡੇਸ਼ਨ ਦੇ ਉੱਤੇ ਬੇਸਡ ਹੈ RBI ਨੇ ਕੁਝ ਚੇਂਜਸ ਕੀਤੀਆਂ ਨੇ, ਆਪਾਂ ਨੇ ਦੱਸਣਾ ਵੀ ਕਿਹੜੀ ਚੇਂਜ ਸਹੀ ਹੈ। ਸੋ RBI has made following changes on basis of Urjit Patel Committee recommendation. ਪਹਿਲੀ change, headline growth from now on will be measured by GDP at current market price. All fixed income financial product will be liable for TDS. Third, inflation target fixed at 4% only. So ਉਰੇ ਸਿਰਫ second statement ਸਹੀ ਹੈ। Next ਹੈ ਆਪਾਂ ਨੇ ਦੱਸਣਾ ਵੀ ਚਾਰ ਆਪਸ਼ਨਸ ਦੇ ਵਿੱਚੋਂ ਮੋਨੇਟਰੀ ਟੂਲ ਕਿਹੜਾ ਨਹੀਂ ਹੈ। ਸੋ ਆਪਸ਼ਨ A ਹੈ CRR, SLR, C ਡੈਫਿਸਿਟ ਫਾਈਨਾਂਸਿੰਗ ਜਾਂ D ਓਪਨ ਮਾਰਕੀਟ ਆਪਰੇਸ਼ਨ OMOs। ਸੋ ਆਪਸ਼ਨ C ਮੋਨੇਟਰੀ ਟੂਲ ਨਹੀਂ ਹੈ। ਬਾਕੀ ਇਹ ਤਿੰਨੋਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਦੇਸ਼ ਦੇ ਵਿੱਚ ਮਨੀ ਦੀ ਸਪਲਾਈ ਨੂੰ ਕੰਟਰੋਲ ਕਰਨ ਦੇ ਲਈ।
Which of the following is correct regarding fiscal performance of state? So option A सही है, ਜਿਹੜੀ states ਨੇ ਉਹ better perform ਕਰਦੀਆਂ ਨੇ fiscal front ਤੋਂ since respective fiscal responsibility act. Next is India ਦੇ ਵਿੱਚ ਜਿਹੜਾ minimum needs ਦਾ concept ਹੈ ਜਾਂ directed anti poverty program ਦਾ concept ਹੈ, ਇਹ ਕਿਹੜੇ plan ਦੀ ਕਾਰਡ ਸੀ? ਸੋ ਇਹ ਨਿਕਲੀਆਂ 5th 5-year plan ਚੋਂ. Next is market imperfections in the country are reflected in. So ਜੇ ਕਿਸੇ market ਦੇ ਵਿੱਚ society ਵਿੱਚ demand supply ਦੇ ਵਿੱਚ ਕੋਈ imbalance imperfection ਆਵੇ ਤਾਂ ਉਹ ਆਪਾਂ ਨੂੰ ਕਿਹੜੀਆਂ ਚੀਜ਼ਾਂ ਤੋਂ ਦਿਖਦੇ ਨੇ ਵੀ market ਥੋੜੀ ਜੀ ਹਿੱਲੀ ਹੋਈ ਹੈ, ਉਹਦਾ structure ਨਹੀਂ ਸਹੀ, ਸੋ ਉਹ imperfection ਆਪਾਂ ਨੂੰ ਦਿਖਦੀ ਹੈ price rigidity ਤੋਂ, factor immobility ਤੋਂ, lack of specialization ਤੋਂ. ਸੋ ਇਹ ਤਿੰਨੋਂ ਆਨਸਰ ਸਹੀ ਹੈ. ਨੈਕਸਟ ਇਜ਼ ਸੈਂਟਰਲ ਰੋਡ ਫੰਡ ਕੀ ਹੈ? ਸੋ ਇੱਕ ਇਹੋ ਜਿਹਾ ਫੰਡ ਹੈ ਜਿਹੜਾ ਪੈਟਰੋਲ ਤੇ ਡੀਜ਼ਲ ਦੇ ਉੱਤੇ ਜਿਹੜਾ ਸੈਸ ਲੱਗਦਾ ਹੈ ਉਹਦੇ ਤੋਂ ਲਿਆ ਜਾਂਦਾ ਹੈ. ਨੈਕਸਟ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨੂੰ ਕੌਣ ਸਪੀਅਰਹੈਡ ਕਰਦਾ, ਕਿਹੜੀ ਮਿਨਿਸਟਰੀ? ਸੋ ਉਹ ਹੈ ਰੂਰਲ ਡਿਵੈਲਪਮੈਂਟ ਦੀ ਮਿਨਿਸਟਰੀ. 31st ਕੁਐਸਚਨ ਹੈ, ਦੋ ਸਟੇਟਮੈਂਟਸ ਨੇ ਇੰਡੀਅਨ ਰੇਲਵੇ ਨੈਟਵਰਕ ਨੂੰ ਲੈ ਕੇ, ਆਪਾਂ ਨੇ ਦੱਸਣਾ ਹੈ ਕਿਹੜੀ ਸਟੇਟਮੈਂਟ ਸਹੀ ਹੈ. ਪਹਿਲੀ ਹੈ ਵੀ ਇੰਡੀਆ ਦੇ ਵਿੱਚ 50% ਟੋਟਲ ਟਰੈਕਸ ਜੋ ਰੇਲਵੇਜ਼ ਦੇ ਇਲੈਕਟ੍ਰੀਫਾਈਡ ਨੇ, ਬਿਜਲੀ ਨਾਲ ਚੱਲਦੇ ਨੇ, ਸੋ ਇਹ ਸਟੇਟਮੈਂਟ ਗਲਤ ਹੈ. ਨੈਕਸਟ, ਰੇਲਵੇ ਨੈਟਵਰਕ ਆ ਜਿਹੜਾ ਉਹਨੂੰ 16 ਜ਼ੋਨਸ ਦੇ ਵਿੱਚ ਵੰਡਿਆ ਹੋਇਆ ਹੈ, ਸੋ ਇਹ ਸਟੇਟਮੈਂਟ ਬਿਲਕੁਲ ਸਹੀ ਹੈ. ਰਾਈਟ ਆਨਸਰ ਹੈ ਆਪਸ਼ਨ ਨੰਬਰ B ਓਨਲੀ 2. ਨੈਕਸਟ ਇਜ਼ ਕੁਆਂਟੀਟੇਟਿਵ ਈਜ਼ਿੰਗ. ਸੋ ਇਹਨੂੰ ਲੈ ਕੇ ਆਪਾਂ ਨੇ ਦੋ ਸਟੇਟਮੈਂਟਸ ਦੇਖਣੀਆਂ ਨੇ ਵੀ ਉਹਨਾਂ ਦੇ ਵਿੱਚੋਂ ਕਿਹੜੀ ਸਹੀ ਹੈ. ਸੋ ਉਰੇ ਸਿਰਫ ਸੈਕਿੰਡ ਸਟੇਟਮੈਂਟ ਸਹੀ ਹੈ. ਜਿਹੜੀ ਕੁਆਂਟੀਟੇਟਿਵ ਈਜ਼ਿੰਗ ਹੈ ਇਹਦੇ ਨਾਲ ਇਕਨੋਮੀ ਦੇ ਵਿੱਚ ਮਹਿੰਗਾਈ ਵੱਧਦੀ ਹੈ, ਸੋ ਇਟ ਲੀਡ ਟੂ ਇਨਫਲੇਸ਼ਨ, ਪ੍ਰਾਈਸਿਸ ਰਾਈਜ਼ ਹੋ ਜਾਂਦੇ ਨੇ. ਸੋ ਜਦੋਂ ਪ੍ਰਾਈਸਿਸ ਰਾਈਜ਼ ਹੋ ਜਾਂਦੇ ਨੇ ਉਸ ਆਪਾਂ ਸਿਚੁਏਸ਼ਨ ਨੂੰ ਇਨਫਲੇਸ਼ਨ ਕਹਿੰਦੇ ਆ. ਸੋ ਉਰੇ ਆਪਣੇ ਕੋਲ ਆਪਸ਼ਨ ਸਹੀ ਹੈ B. ਨੈਕਸਟ, ਕਲਾਈਮੇਟ ਸਮਾਰਟ ਫੂਡ ਸਿਸਟਮ ਦੇ ਵਿੱਚ ਕਹਿੰਦੇ ਅਰਜੈਂਟਲੀ ਜ਼ਰੂਰਤ ਹੈ ਕਿ ਇਨਵੈਸਟਮੈਂਟ ਕੀਤੀ ਜਾਵੇ. ਸੋ ਇਹਦੇ ਵਿੱਚ ਇਨਵੈਸਟਮੈਂਟ ਕਰਨ ਦੇ ਨਾਲ ਜਿਹੜੀ ਦੇਸ਼ ਵਿੱਚ ਫੂਡ ਸਿਕਿਉਰਿਟੀ ਹੈ ਉਹ ਪੂਰਾ ਸਿਸਟਮ ਹੈ ਉਹ ਇੱਕ ਤਰ੍ਹਾਂ ਦੇ ਨਾਲ ਕੰਟਰੋਲ 'ਚ ਆ ਸਕਦਾ ਹੈ, ਸਸਟੇਨੇਬਲ ਹੋ ਸਕਦਾ ਹੈ. ਸੋ ਕੰਸੀਡਰ ਫੋਲੋਇੰਗ ਸਟੇਟਮੈਂਟ ਰਿਲੇਟਡ ਟੂ ਕ੍ਰੌਪਸ ਐਂਡ देयर ਇੰਪੈਕਟ. ਸੋ ਜੇ ਆਪਾਂ ਫੂਡ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਪਹਿਲੀ ਸਟੇਟਮੈਂਟ ਹੈ ਵੀ ਜਿਹੜੀ ਪੈਡੀ ਹੈ ਉਹ ਕੰਟਰੀਬਿਊਟ ਕਰਦੀ ਹੈ ਗ੍ਰੀਨ ਹਾਊਸ ਗੈਸਿਸ ਨੂੰ ਫਰੋਮ ਵਾਟਰ ਡਰੈਂਚ ਰਾਈਸ ਫੀਲਡ. ਸੈਕਿੰਡ, millet contributes to climate change by producing atmospheric carbon dioxide. Third, wheat is the heat sensitive crop, thus impact climate and soil. So उरे सिर्फ first paddy सही है, बाकी दोनों option millet ते wheat नाल related गलत है. So ये जड़ा question है ये आपां इसलिए देख रहे हैं ਇਹਦਾ main ਇਹ reference ਹੈ ਵੀ crops ਦਾ climate change ਦੇ ਨਾਲ ਕੀ ਅਸਰ ਹੈ ਤੇ ਆਪਾਂ ਨੇ ਕਿਸ ਤਰ੍ਹਾਂ ਦੇ ਨਾਲ ਇੱਕ ਪ੍ਰੋਪਰ ਸਿਸਟਮ ਮੇਨਟੇਨ ਕਰਨਾ ਹੈ ਜਿਹਦੇ ਨਾਲ ਨਾ ਤਾਂ ਕ੍ਰੌਪਸ ਦੀ ਕੋਈ ਕਮੀ ਆਵੇ, ਫੂਡ ਸਿਕਿਉਰਿਟੀ ਦੀ, ਨਾ ਹੀ ਕਲਾਈਮੇਟ ਦੇ ਉੱਤੇ ਕੋਈ ਇਨਵਾਇਰਨਮੈਂਟ ਵਾਤਾਵਰਣ ਉੱਤੇ ਅਸਰ ਪਵੇ. What is meant by Washington Consensus? So Washington Consensus ਇੱਕ 10 ਪੁਆਇੰਟ ਦੀ ਗਾਈਡਲਾਈਨ ਸੀ ਜਿਹੜੀ ਪੂਰੇ ਵਰਲਡ ਦੇ ਵਿੱਚ ਅਲੱਗ-ਅਲੱਗ ਇਕਨੋਮੀਜ਼ ਨੂੰ ਡਿਵੈਲਪ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ ਟੂ ਲਿਬਰਲ ਇਕਨੋਮਿਕ ਰਿਫਾਰਮ. ਵਰਲਡ ਇਕਨੋਮਿਕ ਆਊਟਲੁੱਕ ਇੱਕ ਸਰਵੇ ਹੈ, ਇਹਨੂੰ ਕੌਣ ਕੰਡਕਟ ਕਰਦਾ ਤੇ ਕੌਣ ਪਬਲਿਸ਼ ਕਰਦਾ? ਸੋ ਇਹਦੇ ਲਈ ਆਰਗੇਨਾਈਜੇਸ਼ਨ ਹੈ IMF. Next is which of the following seems a logical reason as to why most of private investment in Indian agriculture is on labor saving mechanism. So ਇਹਦਾ reason ਹੈ ਕਿ ਜਿਹੜੀ agriculture market rural areas ਦੀ ਹੈ ਉਹਦੇ ਜੇ ਆਪਾਂ wages ਦੀ ਗੱਲ ਕਰੀਏ ਤਾਂ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ increase ਹੋਈਆਂ ਨੇ. ਸੋ ਇਸੇ ਲਈ private investors ਦਾ ਮੇਨ ਇਹ ਏਮ ਹੈ ਕਿ ਉਹ ਲੇਬਰ ਸੇਵਿੰਗ ਮੈਕੈਨਿਜ਼ਮ ਯੂਜ਼ ਕਰਕੇ ਜਿਹੜੀ ਵੇਜਿਸ ਹੈ ਉਹਨਾਂ ਦਾ ਪੈਸਾ ਬਚਾ ਸਕਣ. ਸੋ ਵੇਜਿਸ ਇਨ ਦ ਰੂਰਲ ਐਗਰੀਕਲਚਰ ਮਾਰਕੀਟ ਹੈਵ ਰਾਈਜ਼ਨ ਸਿਗਨੀਫਿਕੈਂਟਲੀ ਇਨ ਦ ਲਾਸਟ ਡਿਕੇਡ. Consider the following statement related to current account deficit. So current account deficit ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ? ਸੋ ਇਹ ਜਿਹੜੀਆਂ ਤਿੰਨ ਸਟੇਟਮੈਂਟਸ ਨੇ ਕੁਐਸਚਨ ਵਿੱਚ ਤਿੰਨੋਂ ਬਿਲਕੁਲ ਸਹੀ ਨੇ. ਪਹਿਲੀ ਹੈ ਜੇ ਜ਼ਿਆਦਾ ਕਰੰਟ ਅਕਾਊਂਟ ਡੈਫਿਸਿਟ ਹੋ ਉਹਦਾ ਮਤਲਬ ਹੈ
ਫੋਰਨ ਕਰੰਸੀ ਦੀ ਜ਼ਿਆਦਾ ਡਿਮਾਂਡ ਹੈ। ਦੂਜੀ ਹਾਈ ਕਰੰਟ ਅਕਾਊਂਟ ਡੈਫਿਸਿਟ ਰਿਜ਼ਲਟ ਇਨ, ਇਹਦੇ ਨਾਲ ਆਪਣੇ ਦੇਸ਼ ਦੀ ਡੋਮੈਸਟਿਕ ਕਰੰਸੀ ਡੈਪਰੀਸ਼ੀਏਟ ਹੋ। ਆਬਵੀਅਸ ਹੈ ਜੇ ਫੋਰਨ ਕਰੰਸੀ ਦੀ ਡਿਮਾਂਡ ਵੱਧ ਰਹੀ ਹੈ ਤਾਂ ਆਪਣੇ ਦੇਸ਼ ਦੀ ਕਰੰਸੀ ਦੀ ਵੈਲਿਊ ਨੀਚੇ ਜਾ ਰਹੀ ਹੈ। ਹਾਈ ਕਰੰਟ ਅਕਾਊਂਟ ਡੈਫਿਸਿਟ ਮੇ ਹਰਟ ਡੋਮੈਸਟਿਕ ਪ੍ਰੋਡਿਊਸਰ ਤੇ ਉਹਨਾਂ ਦੇ ਸਟਾਕ ਪ੍ਰਾਈਸ। Next 38th question, very important. It is related to hybrid annuity model. So what do you understand by this term? So ਇਹਦਾ ਮਤਲਬ ਹੈ ਜਦੋਂ infrastructure projects ਦੇ ਵਿੱਚ public private partnership ਦੇ model ਨੂੰ achieve ਕੀਤਾ ਜਾਵੇ, ਇਹ implement ਹੋਵੇ। ਉਸ ਤੋਂ ਬਾਅਦ ਹੈ 39th ਆਪਰੇਸ਼ਨ ਫਲੱਡ। ਜਦੋਂ ਇੰਡੀਆ ਦੇ ਵਿੱਚ ਆਇਆ ਇੱਕ ਮਿਸ਼ਨ ਸੀ, ਇਹਦੇ ਮੇਨ ਪਾਇਨੀਅਰ ਕੌਣ ਸੀ? ਸੋ ਇਹਦੇ ਮੇਨ ਪਾਇਨੀਅਰ ਸੀ ਵਰਗਿਸ ਕੁਰੀਅਨ। Consider the following definition of GDP. So GDP ਦੀ ਸਹੀ definition ਹੈ monetary value of all final goods and services produced in economic territory by citizen and residents in India. 41st ਹੈ ਕਿਹੜਾ measure ਹੈ ਜਿਹਦੇ ਨਾਲ ਮਹਿੰਗਾਈ ਪ੍ਰਾਈਸ ਰੇਟ ਨੂੰ ਆਪਾਂ ਲੋਅਰ ਕਰ ਸਕਦੇ ਹਾਂ, ਇਨਫਲੇਸ਼ਨ ਨੂੰ ਲੋਅਰ ਕਰ ਸਕਦੇ ਹਾਂ। ਸੋ ਜੇ ਆਪਾਂ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਨੂੰ ਵਧਾ ਦਈਏ, SLR ਨੂੰ, ਤੇ ਨਾਲ ਆਪਾਂ CRR ਨੂੰ ਵਧਾ ਦਈਏ ਤਾਂ ਇਹਦੇ ਨਾਲ ਇਨਫਲੇਸ਼ਨ ਲੋਅਰ ਹੋ ਸਕਦੀ ਹੈ। ਸੋ ਆਪਸ਼ਨ ਸੀ ਉਰੇ ਸਹੀ ਉੱਤਰ ਹੈ। Which of the following item is part of capital account in balance of payment? ਸੋ ਬੈਲੈਂਸ ਆਫ ਪੇਮੈਂਟ ਦੇ ਕੈਪੀਟਲ ਅਕਾਊਂਟ ਦੇ ਵਿੱਚ ਇੱਕ ਤਾਂ ਆਉਂਦੇ ਨੇ NRIs ਦੇ ਡਿਪੋਜ਼ਿਟ, ਦੂਜਾ ਐਕਸਟਰਨਲ ਕਮਰਸ਼ੀਅਲ ਬੋਰਿੰਗ, ਦੈਨ ਅਮਰੀਕਨ ਡਿਪੋਜ਼ਿਟ ਰਿਸੀਵ ADR ਜਾਂ ਫਿਰ ਗਲੋਬਲ ਡਿਪੋਜ਼ਿਟ ਰਿਸੀਵ GDR। ਸੋ ਰੈਮਿਟੈਂਸਿਸ ਜੋ ਇੰਡੀਆ ਦੇ ਲੋਕ ਬਾਹਰੋਂ ਇੰਡੀਆ 'ਚ ਪੈਸਾ ਲੈ ਕੇ ਆ ਰਹੇ ਨੇ, ਉਹ ਚੀਜ਼ ਕੈਪੀਟਲ ਅਕਾਊਂਟ ਵਿੱਚ ਨਹੀਂ ਆਊਗੀ। ਸੋ ਉਰੇ ਆਪਣੇ ਕੋਲ ਰਾਈਟ ਆਂਸਰ ਹੈ ਆਪਸ਼ਨ ਸੀ। ਨੈਕਸਟ ਹੈ ਰਿਲੇਟਡ ਟੂ GDR। ਸੋ ਆਪਾਂ ਨੇ ਦੱਸਣਾ ਹੈ GDR ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲਾ, GDR ਸਟਾਕ ਮਾਰਕੀਟ ਉੱਤੇ ਲਿਸਟ ਕੀਤੇ ਜਾਂਦੇ ਨੇ, ਉੱਥੇ ਟ੍ਰੇਡਿੰਗ ਹੁੰਦੀ ਹੈ ਇਹਨਾਂ ਦੀ। ਦੂਜਾ, ਇਹ ਫਾਈਨੈਂਸ਼ੀਅਲ ਇੰਸਟਰੂਮੈਂਟ ਨੇ ਜਿਹਨੂੰ ਪ੍ਰਾਈਵੇਟ ਮਾਰਕੀਟ ਵਰਤਦੀ ਹੈ ਆਪਣੇ ਕੈਪੀਟਲ ਨੂੰ ਰੇਜ਼ ਕਰਨ ਦੇ ਲਈ, ਜਾਂ US ਡਾਲਰ ਦੇ ਵਿੱਚ ਜਾਂ ਫਿਰ ਯੂਰੋ ਵਿੱਚ। ਤੀਜੀ ਸਟੇਟਮੈਂਟ ਹੈ ਰੈਗੂਲੇਟਰੀ ਐਂਡ ਅਦਰ ਏਜੰਸੀਜ਼ ਸਸਪੈਕਟ that GDR route is being used for bringing back suspected illicit funds slashed abroad. So ਇਹ ਤਿੰਨੋਂ ਹੀ ਸਟੇਟਮੈਂਟ ਬਿਲਕੁਲ ਸਹੀ ਨੇ। Right answer here is option D. Which of the following pair are correctly matched? So ਇਹਨਾਂ ਦੇ ਵਿੱਚੋਂ People's Plan by M.N. Roy ਬਿਲਕੁਲ ਸਹੀ ਹੈ, ਬਾਕੀ first and third are wrongly matched. 45th question. Which of the following activities were undertaken as reform measure after 1991 liberalization? So ਇਹ ਤਿੰਨੋਂ ਹੀ liberalization ਦਾ part ਸੀ। ਪਹਿਲੀ decanalization of import, de-reservation of items, then relaxation in inflow of foreign capital. So right answer here is option D. So 46th question is which of the following are meta challenges faced by Indian economy? ਸੋ ਦੋ ਮੇਨ ਚੈਲੰਜ ਨੇ, ਇੱਕ ਤਾਂ ਹੈ ਇਨਐਫੀਸ਼ੀਐਂਟ ਰੀਡਿਸਟ੍ਰੀਬਿਊਸ਼ਨ ਨੂੰ ਐਡਰੈਸ ਕਰਨਾ, ਦੂਜਾ ਚੈਲੰਜ ਹੈ ਜੋ ਵੀ ਪਬਲਿਕ ਸੈਕਟਰ ਦੀ ਚੀਜ਼ਾਂ ਨੇ, ਚਾਹੇ ਉਹ ਕੋਈ ਹਸਪੀਟਲਸ ਹੈ, ਸਕੂਲਸ ਹੈ, ਉੱਥੇ ਪ੍ਰੋਪਰ ਪਬਲਿਕ ਸਰਵਿਸਿਜ਼ ਦਾ ਨਾ ਮਿਲਣਾ, ਉਹਨਾਂ ਦੀ ਇਫੈਕਟਿਵ ਡਿਲੀਵਰੀ ਨਾ ਹੋਣੀ। ਸੋ ਇਹ ਦੋ ਚੀਜ਼ਾਂ ਨੇ, ਉਰੇ ਰਾਈਟ ਆਂਸਰ ਹੈ ਆਪਸ਼ਨ A. ਨੈਕਸਟ ਇਜ਼ 47 ਸਪੈਸ਼ਲ ਯੂਨਿਟ ਫॉर ट्रांसपोर्टेशन रिसर्च एंड एनालिटिक्स सूत्रा। So सूत्रा किस चीज ਨਾਲ related है? This is related to Indian Railway. 48th is as per law of demand with all other factor being constant, the demand of any good depend on which of the factor? So ਜਿਹੜੀ goods ਦੀ demand ਹੈ ਉਹ price ਦੇ ਉੱਤੇ depend ਕਰਦੀ ਹੈ। So ਉਰੇ right answer ਹੈ option A. Next ਆਪਾਂ ਨੇ type of unemployment ਦੇ ਨਾਲ match ਕਰਨੀ ਹੈ, ਉਹਨਾਂ ਦੀ examples, ਉਹਨਾਂ ਦੀ explanation। First है structural unemployment. So structural unemployment, unemployment in cycle industry because people are buying more car. Cyclical unemployment due to slowdown in economy. Frictional, a person leaving his job to prepare for civil services. So ये तीनों ही बिल्कुल सही examples ने। Right answer here is option D. Next is which of the following is called national income? So NNP at factor cost, net national product at factor cost ही national income ਹੁੰਦੀ ਹੈ।
51st question is, which of the following industry require an industrial license in India? So industrial license ਦੀ ਜ਼ਰੂਰਤ ਹੈ tobacco, cigar product ਨੂੰ, defense equipment ਨੂੰ, alcoholic drinks ਨੂੰ. So atomic energy is now part of public sector. So ਇਹਨੂੰ license ਦੀ ਜ਼ਰੂਰਤ ਨਹੀਂ ਹੈ. So option C is the right answer. Last question is, which of the following are feature of socialist economic system? So socialist economic system ਦੇ ਵਿੱਚ ਕੋਈ private property ਦਾ concept ਨਹੀਂ ਹੈ. ਜਿਹੜੀਆਂ economic activities ਨੇ ਉਹਨੂੰ government decide ਕਰੂਗੀ, government guide ਕਰੂਗੀ. So ਉਰੇ right answer ਹੈ option B, second and third. So this was all about our part 2 MCQs on Indian economy, and in next part I'll be dealing with latest economic survey and budget of India's important MCQs. I hope you like the video and content. Keep supporting Victor's Knowledge. Thank you and good luck.